ਪ੍ਰੈਸ ਦਾ ਜਿਹੜਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਛੋਟੇ ਜਿਹੇ ਸੱਦੇ 'ਤੇ ਇੱਥੇ ਆਏ ਆ। ਸੋ ਇਹ ਪ੍ਰੈਸ ਆ ਜਿਹੜੀ ਨਿਰਪੱਖ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚਾਉਂਦੀ ਹੈ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਇਹੀ ਆ ਕਿ ਜੋ ਪੰਜਾਬ ਦੇ ਅੰਦਰ ਹਾਲਾਤ ਕਾਂਗਰਸ ਸਰਕਾਰ ਵੱਲੋਂ ਬਣਾਏ ਜਾ ਰਹੇ ਆ ਜਾਂ ਪੈਦਾ ਕਰਿਆ ਜਾ ਰਿਹਾ ਜਾਂ ਪੰਜਾਬ ਦੇ ਅੰਦਰ ਇਨਸਿਕਿਉਰਿਟੀ ਕ੍ਰੀਏਟ ਕਰੀ ਜਾ ਰਹੀ ਆ, ਅਤੇ ਅਕਾਲੀ ਲੀਡਰਾਂ ਤੇ ਵਰਕਰਾਂ ਦੇ ਜਿਹੜੇ ਪਰਚੇ ਦਰਜ ਕਰਕੇ ਪੰਜਾਬ ਦੇ ਅੰਦਰ ਜਿਹੜੀ ਆ ਉਤਲ ਫੁਤਲ ਕਰੀ ਜਾ ਰਹੀ ਆ, ਉਸ ਸੰਬੰਧੀ ਆਪਾਂ ਪ੍ਰੈਸ ਕਾਨਫਰੰਸ ਰੱਖੀ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇੱਕ ਖਾਦਸਾ ਜ਼ਾਹਰ ਕਰਿਆ ਦਾ ਵੀ ਸ਼੍ਰੋਮਣੀ ਅਕਾਲੀ ਦਲ 3 ਸਰਕਾਰਾਂ ਦੇ ਨਾਲ ਲੜ ਰਿਹਾ ਹੈਗਾ, ਔਰ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪਾਰਟੀ ਆ, ਸ਼ਹੀਦਾਂ ਦੀ ਪਾਰਟੀ ਆ, ਕਿਸ ਤਰ੍ਹਾਂ ਇਸ ਪਾਰਟੀ ਨੂੰ ਖਤਮ ਕਰਨ ਵਾਸਤੇ ਤੇ ਲੀਡਰਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਆ, ਔਰ ਸਾਰੀਆਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਦੇ ਵਜੂਦ ਨੂੰ ਖਤਮ ਕਰਨ ਵਾਸਤੇ ਲੱਗੀ ਹੋਈਆਂ ਹੈਗੀਆਂ। ਤੁਸੀਂ ਦੇਖੋ ਕਿ ਕੋਈ FIR ਹੁੰਦੀ ਆ, ਉਹਦੇ 'ਚ ਕੰਪਲੇਨੈਂਟ ਹੁੰਦਾ ਹੈਗਾ ਤੇ ਗਵਾਹ ਹੁੰਦਾ ਹੈਗਾ, ਕੋਈ ਪਲੇਸ ਹੁੰਦੀ ਆ, ਮਤਲਬ ਕਿਤੇ ਨਾ ਕਿਤੇ ਕੋਈ ਘਟਨਾ ਘਟੀ ਹੁੰਦੀ ਆ, ਇਹਨੇ ਫਿਰ ਇਹ ਥਾਣੇ ਦੇ ਅੰਦਰ ਦਰਜ ਹੁੰਦੀ ਹੈਗੀ। ਵਿਕਰਮ ਜੀ ਤੇ ਜਿਹੜਾ ਪਰਚਾ ਦਰਜ ਹੋਇਆ ਨਾ ਤਾਂ ਕਿਸੇ ਕੰਪਲੇਨੈਂਟ ਦੇ ਬਿਆਨ ਤੇ ਹੋਇਆ, ਨਾ ਕੋਈ ਟ੍ਰਾਂਜੈਕਸ਼ਨ ਹੋਈ ਆ, ਨਾ ਕੋਈ ਗਵਾਹ ਹੈਗਾ, ਔਰ ਹਿੰਦੁਸਤਾਨ ਦੇ ਇਤਿਹਾਸ 'ਚ ਪਹਿਲਾ ਪਰਚਾ ਆ ਜਿਹੜਾ ਓਪੀਨੀਅਨ ਦੇ ਬੇਸ ਤੇ ਹੋਇਆ ਹੈਗਾ। ਮਤਲਬ ਇੱਕ ਬੰਦੇ ਨੇ ਓਪੀਨੀਅਨ ਦੇ ਦੀ ਵੀ ਇਹਦੇ ਤੇ ਪਰਚਾ ਦਰਜ ਕਰਨਾ ਚਾਹੀਦਾ, ਤੇ ਪਰਚਾ ਜਿਹੜਾ ਦਰਜ ਕਰ ਦਿਆ। ਔਰ ਓਪੀਨੀਅਨ ਵੀ ਉਹਨਾਂ ਲੋਕਾਂ ਦੀ ਓਪੀਨੀਅਨ ਸੀਗੀ ਜਿਨ੍ਹਾਂ ਦੀ ਪਰਸਨਲ ਰੰਜਿਸ਼ ਵਿਕਰਮ ਜੀ ਨਾਲ ਹੈਗੀ ਆ। ਇਹ ਮੈਂ ਨਹੀਂ, ਖੁਦ ਜਿਹੜਾ ਹਰਪ੍ਰੀਤ ਸਿੰਘ ਸਿੱਧੂ ਜਿਹੜਾ ਅਫਸਰ ਆ, ਉਹਨੇ ਸਟੇਟਮੈਂਟ ਆਈ ਦੀ FIR ਦੇ ਅੰਦਰ ਵੀ ਮੇਰੇ ਇਸ ਪਰਿਵਾਰ ਨਾਲ ਕਲੋਜ਼ ਰਿਸ਼ਤੇਦਾਰੀ ਆ, ਚਾਚੀ ਮਾਸੀ ਦੇ ਜਿਹੜੇ ਉਹ ਆਪਸ 'ਚ ਰਿਲੇਸ਼ਨ ਹੈਗੇ ਆ। ਵਿਕਰਮ ਜੀ ਦੀ ਜਿਹੜੀ ਚਾਚੀ ਆ ਤੇ ਉਹਦੀ ਮਦਰ ਆ, ਦੋਨੇ ਸਗੀਆਂ ਭੈਣਾਂ ਹੈਗੀਆਂ, ਪਰ 15 ਸਾਲਾਂ ਤੋਂ ਕਿਸੇ ਕਾਰਨ ਕਰਕੇ ਆਪਸੀ ਬੋਲ ਚਾਲ ਯਾਨੀ ਟਾਕਿੰਗ ਟਰਮਸ ਜਿਹੜੀਆਂ ਹੈ ਨਹੀਂ, ਮਤਲਬ ਅੰਦਰ ਖਾਤੇ ਜਿਸ ਤਰ੍ਹਾਂ ਸਰੀਕੇ ਦਾ ਹੁੰਦਾ ਹੈਗਾ, ਲੜਾਈ ਝਗੜਾ ਸੀਗਾ, ਉਹਦੀ ਓਪੀਨੀਅਨ, ਤੇ ਦੂਸਰਾ ਐਡਵੋਕੇਟ ਦੀ ਓਪੀਨੀਅਨ, ਔਰ ਜਿਹੜਾ ਪਰਚਾ ਦਰਜ ਕਰਨ ਵਾਲਾ DGP ਆ, ਦੇਖੋ ਉਹਦਾ ਐਲੀਜੀਬਲ ਜਿਹੜਾ ਉਹ DGP ਵਾਸਤੇ ਨਹੀਂ ਸੀਗਾ, ਉਹਦਾ ਪੈਨਲ 'ਚ ਵੀ ਨਾਂ ਨਹੀਂ ਹੈ, ਉਹਨੂੰ ਲਾਲਚ ਦਿਆ ਗਿਆ ਪ੍ਰਮੋਸ਼ਨ ਦੇਣ ਦਾ। ਤੁਸੀਂ ਦੇਖੋ 21 ਤਰੀਕ ਨੂੰ ਪੈਨਲ ਦੀ ਜਿਹੜੀ ਉਹ ਮੀਟਿੰਗ ਸੀਗੀ ਜਿੱਥੇ ਪੰਜਾਬ ਦਾ DGP ਡਿਸਾਈਡ ਹੋਣਾ ਸੀਗਾ, ਔਰ ਉਸ ਪੈਨਲ 'ਚ ਮੌਜੂਦਾ ਚੱਟੋਪਾਧਿਆਏ ਸਾਹਿਬ ਦਾ ਕੋਈ ਨਾਂ ਹੀ ਨਹੀਂ ਸੀਗਾ। ਸੋ ਕਿਸ ਤਰ੍ਹਾਂ ਸਟੇਟ ਗਵਰਨਮੈਂਟ ਔਰ ਸੈਂਟਰਲ ਗਵਰਨਮੈਂਟ ਨੇ 21 ਤਰੀਕ ਨੂੰ ਨਵੇਂ DGP ਦੀ ਜਿਹੜੀ ਪੈਨਲਿੰਗ ਹੋਣੀ ਸੀਗੀ, ਉਹ ਦੋਨਾਂ ਦੀ ਸਾਜ਼ਿਸ਼ ਨਾਲ ਰੋਕੀ ਗਈ, ਔਰ ਚੱਟੋਪਾਧਿਆਏ ਸਾਹਿਬ ਨੂੰ ਜਿਹੜਾ ਸਪੈਸ਼ਲ ਤੌਰ ਤੇ ਇਸ ਕੰਡੀਸ਼ਨ ਤੇ DGP ਲਾਇਆ ਗਿਆ ਕਿ ਵਿਕਰਮ ਦੇ ਉੱਤੇ ਪਰਚਾ ਦਰਜ ਹੋਣਾ ਨਹੀਂ। ਹਿੰਦੁਸਤਾਨ ਦੇ ਰਿਕਾਰਡ 'ਚ ਪਹਿਲੀ ਵਾਰੀ ਹੋਇਆ ਵੀ DGP ਨੇ ਆਪ ਓਪੀਨੀਅਨ ਦੇ ਬੇਸ ਤੇ ਪਰਚਾ ਦਰਜ ਹੋਇਆ, ਨਾ ਇਨਵੈਸਟੀਗੇਸ਼ਨ ਕਰੀ ਨਾ ਕੁਛ ਕਰੀ। ਔਰ ਪਰਚਾ ਵੀ ਤੁਸੀਂ ਦੇਖੋ ਵੀ ਇਹਨਾਂ ਨੇ ਪੁਰਾਣਾ ਚੱਕਿਆ ਬਨੂੜ ਤੋਂ। ਕਾਨੂੰਨ ਇਹ ਆ ਵੀ ਜੇ ਕਿਸੇ 'ਚ ਐਡੀਸ਼ਨ ਕਰਨੀ ਆ ਤਾਂ ਸਪਲੀਮੈਂਟਰੀ ਪਰਚੇ 'ਚ ਜਿਹੜੀ ਜਿਮਨੀ ਲਿਖ ਕੇ ਉਹਦੇ 'ਚ ਐਡੀਸ਼ਨ ਹੁੰਦੀ ਹੈ, ਪਰ ਇਸ ਪਰਚੇ 'ਚ ਸਾਰਾ ਕੁਝ ਤੁਸੀਂ ਦੇਖੋ ਵੀ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਨਹੀਂ ਕਿਸੇ ਦੀ ਆਵਾਜ਼ ਨੂੰ ਕੱਟ ਕੇ ਕਈ ਵਾਰੀ ਚਲਾਇਆ ਜਾਂਦਾ ਹੈਗਾ, ਸਾਰਾ ਜੇ ਤੁਸੀਂ ਇਹ ਪੂਰੀ 30-40 ਪੇਜਾਂ ਦਾ ਜਿਹੜਾ ਪਰਚਾ ਦੇਖੋ ਨਾ, ਕੱਟ ਪੇਸ ਕਰੇ ਹੋਏ ਆ, ਕੱਟ ਕੇ ਕਿਸੇ ਦੀਆਂ ਸਟੇਟਮੈਂਟਾਂ ਜਿਹੜੀਆਂ ਉਹ ਲਾਈਆਂ ਗਈਆਂ। ਔਰ ਇੰਟਰਸਟਿੰਗ ਗੱਲ ਇਹ ਆ ਵੀ ਜਿਹੜੀ ਇਹ FIR ਹੋਈ ਆ, ਜਿਹਦੀ ਓਪੀਨੀਅਨ ਦੇ ਬੇਸ ਤੇ ਪਰਚਾ ਦਰਜ ਕਰਿਆ, ਉਸ 'ਚ ਜਿਹੜੇ ਗੁਨਾਹਗਾਰ ਸੀਗੇ ਉਹਨਾਂ ਦੇ ਚਲਾਨ ਵੀ ਪੇਸ਼ ਹੋ ਗਏ, ਕੋਰਟਾਂ 'ਚੋਂ ਸਜ਼ਾ ਵੀ ਹੋ ਗਈਆਂ, ਜਿਹੜੇ ਕੱਢੇ ਜਾਣੇ ਸੀਗੇ ਉਹ ਕੱਢੇ ਵੀ ਗਏ, ਔਰ ਬਕਾਇਦਾ ਹਾਈ ਕੋਰਟ ਦੀ ਮੋਨੀਟਰਿੰਗ ਦੇ ਅੰਦਰ 3 IG ਲੈਵਲ ਦੇ ਅਫਸਰਾਂ ਨੇ ਜਿਹੜੀ ਇਨਕੁਆਰੀ ਕਰੀ, ਔਰ ਇਨਕੁਆਰੀ ਕਰਕੇ ਰਿਪੋਰਟ ਵੀ ਹਾਈ ਕੋਰਟ ਦੇ ਅੰਦਰ ਸਬਮਿਟ ਹੋ ਗਈ। ਮਤਲਬ ਉਹ ਰਿਪੋਰਟ ਨੂੰ ਜਨਤਕ ਕਰਨ ਦੀ ਬਜਾਏ
ਵਿਕਰਮ ਜੀ ਦੇ ਅਕਿਊਜ਼ ਦੇ ਕਹਿਣ ਤੇ ਨਹੀਂ, ਇਹ ਵੀ ਹਿੰਦੁਸਤਾਨ 'ਚ ਪਹਿਲੀ ਵਾਰੀ ਹੋਇਆ ਵੀ ਅਕਿਊਜ਼ ਦੇ ਕਹਿਣ ਤੇ ਜਿਹੜਾ ਉਹ ਪਰਚਾ ਦਰਜ ਕਰਿਆ ਗਿਆ। ਸੋ ਇਹ ਸਾਰਾ ਕੁਝ ਜੋ ਕੁਝ ਵੀ ਹੋਇਆ, ਔਰ ਅੱਜ ਹਾਲਾਤ ਤੁਸੀਂ ਦੇਖੋ ਵੀ ਕਾਂਗਰਸ ਨੇ ਜਦ ਵੀ ਪੰਜਾਬ ਦੇ ਅੰਦਰ ਵੋਟਾਂ ਮੰਗੀਆਂ, ਲੋਕਾਂ ਦੇ ਅੰਦਰ ਭੈ ਪੈਦਾ ਕਰਕੇ ਜਾਂ ਪੋਲੀਟੀਕਲ ਰੰਜਿਸ਼ ਦੇ ਤਹਿਤ ਜਾਂ ਕੋਈ 2 ਬੰਬ ਬਲਾਸਟ ਕਰਵਾ ਦੇ। ਪਿਛਲੀ ਵਾਰ ਵੀ ਤੁਸੀਂ ਦੇਖੋ ਮੌੜ ਦੇ ਅੰਦਰ ਬੰਬ ਬਲਾਸਟ ਕੀਤਾ ਸੀਗਾ। ਔਰ ਅੱਜ ਵੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਬੇਅਦਬੀਆਂ ਪਿੱਛੇ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਚਾਲ ਸੀਗੀ। ਸੋ ਹੁਣ ਤੁਸੀਂ ਦੇਖੋ ਵੀ ਲਗਾਤਾਰ ਇਲੈਕਸ਼ਨ ਆ ਗਏ, ਉਹੀ ਕਾਰਨਾਮੇ ਸ਼ੁਰੂ ਹੋ ਗਏ। ਸ੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ 'ਚ ਕਿਸ ਤਰ੍ਹਾਂ ਬੇਅਦਬੀ ਦੀ ਜਿਹੜੀ ਘਟਨਾ ਹੋਈ, ਫਿਰ ਪਠਾਨਕੋਟ 'ਚ ਬੇਅਦਬੀ ਦੀ ਘਟਨਾ ਹੋਈ, ਅੱਜ ਬੰਬ ਬਲਾਸਟ ਵੀ ਜਿਹੜਾ ਹੋ ਗਿਆ। ਸੋ ਪੰਜਾਬ ਦੇ ਲੋਕਾਂ 'ਚ ਇੱਕ ਪਾਸੇ ਤਾਂ ਇਨਸਿਕਿਉਰਿਟੀ ਕ੍ਰੀਏਟ ਕਰ ਰਹੇ ਆ, ਦੂਸਰੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਕੰਪੇਨ ਆ ਜਿਹੜੀ ਸਭ ਤੋਂ ਵਧੀਆ ਢੰਗ ਨਾਲ ਚੱਲ ਰਹੀ ਆ। ਸਾਡੇ ਜਿਹੜੇ ਕੈਂਡੀਡੇਟ ਆ ਉਹ ਡਿਸਾਈਡ ਹੋ ਚੁੱਕੇ ਆ। ਸ਼੍ਰੋਮਣੀ ਅਕਾਲੀ ਦਲ ਦੀ ਹਵਾ ਜਿਹੜੀ ਪੂਰੀ ਪੰਜਾਬ 'ਚ ਬਣੀ ਹੋਈ ਆ। ਸੋ ਤਿੰਨੇ ਸਰਕਾਰਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਤੋਂ ਭੈ ਖਾਂਦੀਆਂ ਜਾਂ ਉਹਨੂੰ ਬਰਬਾਦ ਕਰਨਾ ਚਾਹੁੰਦੀਆਂ, ਉਹਨਾਂ ਨੇ ਰਲ ਕੇ ਕਿਸ ਤਰ੍ਹਾਂ ਸਾਡੇ ਜਿਹੜੀ ਲੀਡਰਸ਼ਿਪ ਆ ਵਿਕਰਮ ਜੀ ਨੂੰ, ਕਿਉਂਕਿ ਮਾਝੇ 'ਚ ਕੰਪੇਨ ਉਹੀ ਕਰ ਰਹੇ ਆ। 5 ਸਾਲ ਤੋਂ ਕਾਂਗਰਸ ਦੇ ਖਿਲਾਫ ਡਟ ਕੇ ਵਿਧਾਨ ਸਭਾ 'ਚ ਵੀ ਸੜਕਾਂ 'ਤੇ ਵੀ ਵਿਕਰਮ ਜੀ ਜਿਹੜੇ ਉਹ ਲੜਾਈ ਲੜ ਰਹੇ ਆ। ਸੋ ਉਹਨਾਂ 'ਤੇ ਉਸ ਜਿਹੜੀ ਕੰਪੇਨ ਨੂੰ ਡੀਰੇਲ ਕਰਨ ਵਾਸਤੇ ਔਰ ਪੰਜਾਬ ਦੇ ਅੰਦਰ ਭੈ ਦਾ ਮਾਹੌਲ ਆ ਜਿਹੜਾ ਪੈਦਾ ਕਰਨ ਵਾਸਤੇ, ਤੁਸੀਂ ਦੱਸੋ ਇੱਕ ਪਰਚਾ ਦਰਜ ਕਰਨ ਵਾਸਤੇ 4 ਦਿਨ 5 ਦਿਨ ਵਾਸਤੇ ਇੱਕ DGP ਲਾਇਆ ਗਿਆ, 3 ਅਫਸਰ ਇਨਵੈਸਟੀਗੇਟਿੰਗ ਅਫਸਰ 3 ਵਿਦਨ ਅ ਸਪੈਨ ਆਫ 2 ਮੰਥ ਬਦਲੇ ਗਏ। ਪਹਿਲਾਂ ਇੱਕ IG ਨੂੰ ਲਾਇਆ, ਫਿਰ ਦੂਸਰੇ ਨੂੰ ਲਾਇਆ, ਫਿਰ ਤੀਸਰਾ ਬਿਮਾਰ ਹੋ ਗਿਆ, ਜੇ 5 ਦਿਨ ਦੀ ਛੁੱਟੀ 'ਤੇ ਹੀ ਗਿਆ ਸੀਗਾ। ਜਿਹਨੇ ਪਰਚਾ ਦਰਜ ਕਰਿਆ ਗੌਤਮ ਚੀਮਾ, ਤੁਹਾਡੇ ਸਾਹਮਣੇ ਆਪਣੇ ਮੋਹਾਲੀ 'ਚ ਹੀ ਘੱਟ ਤੋਂ ਘੱਟ 20-25 ਧਾਰਾ ਹੇਠ ਉਹਦੇ 'ਤੇ ਪਰਚਾ ਦਰਜ ਆ। ਜਿਹੜੇ ਉਹਦੇ ਨੇੜੇ ਦੇ DGP ਬਣ ਗਏ ਉਹ ਅੱਜ ਤੱਕ IG ਬੈਠਿਆ ਹੈਗਾ ਬਣਿਆ ਹੋਇਆ। ਇੱਕ ਟੈਂਟਡ ਅਫਸਰ ਨੂੰ ਪੈਸੇ ਦਾ ਵੀ ਔਰ ਪ੍ਰਮੋਸ਼ਨ ਦਾ ਵੀ ਲਾਲਚ ਦਿਆ ਗਿਆ। ਚੱਟੋਪਾਧਿਆਏ ਨੂੰ DGP ਬਣਨ ਦਾ ਲਾਲਚ ਦਿਆ ਗਿਆ, ਸਿਰਫ ਵਿਕਰਮ ਜੀ ਦੇ ਉੱਤੇ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਪਰਚਾ ਜਿਹੜਾ ਦਰਜ ਕਰਨ ਵਾਸਤੇ। ਜੇ ਇੰਨੀ ਤੇਜ਼ੀ ਜਿਹੜੀਆਂ ਪੰਜਾਬ 'ਚ ਬੇਅਦਬੀਆਂ ਹੋਈਆਂ ਉਹਨਾਂ ਮੁਜਰਮਾਂ ਨੂੰ ਫੜਨ ਵਾਸਤੇ ਲਾਇਆ ਹੁੰਦਾ, ਜਾਂ ਪੰਜਾਬ ਦੇ ਅੰਦਰ ਸਿਕਿਉਰਿਟੀ ਜਿਹੜੀ ਟਾਈਟ ਕਰੀ ਜਾਂਦੀ, ਜਿਹੜੇ ਇਨਸੀਡੈਂਟ ਹੋ ਰਹੇ ਆ ਇਹਨਾਂ ਨੂੰ ਰੋਕਣ 'ਤੇ ਲਾਇਆ ਹੁੰਦਾ, ਤਾਂ ਅੱਜ 2 ਜਾਨਾਂ ਲੁਧਿਆਣੇ ਦੇ ਅੰਦਰ ਨਾ ਜਾਂਦੀਆਂ ਔਰ ਇਹ ਬੇਅਦਬੀ ਦੀਆਂ ਦੁਰਘਟਨਾ ਜਿਹੜੀਆਂ ਰੁਕ ਜਾਣੀਆਂ ਸੀ। ਫਿਰ ਤੁਸੀਂ ਹੈਰਾਨੀ ਕਰੋਗੇ ਕਿੱਡੇ ਵੱਡੇ ਘਟਾਲੇ ਹੋ ਰਹੇ ਆ। ਆਹ ਐਡਵਰਟਾਈਜ਼ਮੈਂਟ ਆ, 4.5 ਕਰੋੜ ਰੁਪਏ ਦੀ ਐਡਵਰਟਾਈਜ਼ਮੈਂਟ ਰੋਜ਼ ਆ ਰਹੀ ਆ। ਕੇਜਰੀਵਾਲ 800 ਕਰੋੜ ਰੁਪਈਆ ਸਾਲ 'ਚ ਐਡਵਰਟਾਈਜ਼ਮੈਂਟ 'ਤੇ ਖਰਚ ਕਰ ਰਿਹਾ, ਤੇ ਸਰਕਾਰ 300-400 ਕਰੋੜ ਰੁਪਈਆ ਆ ਇੱਕ ਮਹੀਨੇ 'ਚ ਐਡ ਦੇ ਉੱਤੇ ਖਰਚ ਕਰ ਰਹੀ ਆ। ਔਰ ਮੇਰਾ ਇੱਕ ਹੋਰ ਤੁਹਾਨੂੰ ਬੇਨਤੀ ਹੈ ਵੀ ਵਿਕਰਮ ਜੀ ਦੇ ਤਾਂ ਇੱਕ ਝੂਠਾ ਪਰਚਾ ਕਲਪ੍ਰਿਟ ਦੀ ਸਟੇਟਮੈਂਟ ਦੇ ਉੱਤੇ, ਇੱਕ AG ਦੀ ਜਿਹੜਾ ਕਿ ਅਪੁਆਇੰਟਡ ਬਾਈ ਪੰਜਾਬ ਗਵਰਨਮੈਂਟ ਉਹਦੀ ਓਪੀਨੀਅਨ 'ਤੇ, ਇੱਕ ਵਿਕਰਮ ਜੀ ਦੇ ਸਮਝ ਲਿਓ ਵਿਰੋਧੀ ਦੀ ਓਪੀਨੀਅਨ ਦੇ ਉੱਤੇ ਦਿੱਤਾ ਗਿਆ। ਇੱਥੇ ਮੋਹਾਲੀ ਦਾ ਜਿਹੜਾ MLA ਆ, ਮਿਨਿਸਟਰ ਸੀਗਾ, 5 ਕਰੋੜ ਵਿਪਰੋਪ੍ਰੋਫਿਨ ਟੇਬਲੇਟ ਜਿਹੜੀਆਂ ਆਮ ਬਾਜ਼ਾਰ ਦੇ ਅੰਦਰ ਵਿਕ ਗਈਆਂ ਔਰ ਉਹਦੇ ਪ੍ਰਿੰਸੀਪਲ ਸੈਕਟਰੀ ਨੇ ਬਕਾਇਦਾ ਨੋਟਿੰਗ ਲਿਖ ਕੇ ਰਿਪੋਰਟ ਕਰੀ ਸੀਗੀ। ਕਿਆ ਬਲਬੀਰ ਸਿੱਧੂ ਤੇ ਪਰਚਾ ਦਰਜ ਹੋਇਆ? ਆਪਾਂ ਮੋਹਾਲੀ 'ਚ ਬੈਠੇ ਹਾਂ, ਰਾਜਪੁਰੇ ਦੇ ਅੰਦਰ ਉੱਥੋਂ ਦਾ ਜਿਹੜਾ ਵਿਧਾਇਕ ਹਰਦਿਆਲ ਕੰਬੋਜ ਤੇ ਮਦਨ ਲਾਲ ਜਲਾਲਪੁਰ ਦੋਨਾਂ ਨੇ ਨਜਾਇਜ਼ ਫੈਕਟਰੀਆਂ ਲਾਈਆਂ ਸ਼ਰਾਬ ਦੀਆਂ। ਸ਼ਰਾਬ ਮੇਰੇ ਹਲਕੇ 'ਚ ਸਰਿਆਮ ਕਾਂਗਰਸੀ ਲੀਡਰ ਦੇ ਸ਼ੋਰੂਮ 'ਚੋਂ ਫੇਸਬੁੱਕ ਤੇ ਲਾਈਵ ਹੋ ਕੇ ਮੈਂ ਫੜਾਈਆਂ। 103 ਮੌਤਾਂ ਜਿਹੜੀਆਂ ਪੰਜਾਬ ਦੇ ਅੰਦਰ ਹੋਈਆਂ, ਤੇ ਅੱਜ ਉਹ ਨਵਜੋਤ ਸਿੱਧੂ ਦੀ ਗੱਡੀ 'ਚ ਬੈਠੇ ਘੁੰਮ ਰਹੇ ਆ, ਉਹਨਾਂ ਦੋਨਾਂ ਤੇ ਪਰਚਾ ਦਰਜ ਹੋਇਆ। ਬਲਾਚੌਰ ਤੋਂ ਜਿਹੜਾ MLA ਆ, ਸਰਿਆਮ ਲੈਵਲ ਲਾ ਕੇ ਬਲੂ ਲੈਵਲ ਦੇ ਖੰਨੇ ਦੇ ਅੰਦਰ ਸ਼ਰਾਬਾਂ ਵੇਚ ਰਿਹਾ ਸੀਗਾ, ਲੁਧਿਆਣੇ 'ਚ ਵੇਚ ਰਿਹਾ ਸੀਗਾ, ਤੇ ਪਰਚਾ ਦਰਜ ਹੋਇਆ। ਨਵਜੋਤ ਸਿੱਧੂ ਦੀ ਵਾਈਫ ਇਲੀਗਲ ਕਲੋਨੀ ਦੇ ਅੰਦਰ ਫਲੈਟ ਰੈਗੂਲਰਾਈਜ਼ ਕਰਨ ਵਾਸਤੇ 1 ਕਰੋੜ ਰੁਪਇਆ ਇੱਕ ਪ੍ਰਾਪਰਟੀ ਡੀਲਰ ਨੂੰ ਦਿੰਦੀ ਆ। ਜੀਰਕਪੁਰ 'ਚ 10,000 ਕਰੋੜ ਰੁਪਏ ਦਾ ਘਪਲਾ ਇਲੀਗਲ ਫਲੈਟ ਬਣਾਉਣ ਵਾਸਤੇ ਕਰਵਾਏ। ਕਿਆ ਨਵਜੋਤ ਸਿੱਧੂ ਤੇ ਉਹਦੀ ਵਾਈਫ ਤੇ ਪਰਚਾ ਦਰਜ ਕਰਿਆ ਇਸ ਸਰਕਾਰ ਨੇ?
ਮੇਰੇ ਹਲਕੇ 'ਚ ਆ ਭਾਂਖਰਪੁਰ ਚਿੜੀਆ ਘਰ ਜਿਹੜਾ ਸਾਰਾ ਜੂ ਟੋਟਲ ਦਰਖਤਾਂ ਸਮੇਤ 50-50 ਫੁੱਟ ਪੱਟ ਕੇ ਖਤਮ ਕਰ ਦਿਆ। ਅੱਜ ਵੀ ਭਾਂਖਰਪੁਰ ਦੀ ਸ਼ਾਮਲਾਟ 'ਚ ਇਲੀਗਲ ਮਾਈਨਿੰਗ ਚੱਲ ਰਹੀ ਆ। ਅੱਜ ਵੀ ਪੀਰਮਛਾਲੇ ਦੇ ਅੰਦਰ ਕਕਰਾਲੀ 'ਚ ਫੋਰੈਸਟ ਜ਼ਮੀਨ ਦੀ ਪੀਰਮਛਾਲੇ ਦੀ ਫੋਰੈਸਟ ਦੇ ਸਫੈਦੇ ਪੱਟ ਕੇ ਉੱਥੇ 50-50 ਫੁੱਟ ਚੌੜੀ ਇਲੀਗਲ ਮਾਈਨਿੰਗ ਹੋ ਰਹੀ ਆ। ਕਿਆ ਪਰਚਾ ਦਰਜ ਹੋਇਆ? ਪੰਜਾਬ ਦੇ ਅੰਦਰ 6 ਕਰੋੜ ਰੁਪਏ ਦਾ ਕੰਮ ਇੱਕ ਠੇਕੇਦਾਰ ਨੇ ਕਰਿਆ ਤੇ 150 ਕਰੋੜ ਰੁਪਇਆ ਬ੍ਰਹਮ ਮਹਿੰਦਰਾ ਜੀ ਨੇ 152 ਕਰੋੜ ਰੁਪਏ ਉਹਨੂੰ ਦੇਣਾ। ਪੰਜਾਬ ਦੀਆਂ ਕਮੇਟੀਆਂ ਨੰਗ ਕਰਦੀਆਂ, ਮਤਲਬ 60 ਕਰੋੜ ਲਾਓ 1500 ਕਰੋੜ ਰੁਪਏ ਦਿਓ। ਕਿਆ ਬ੍ਰਹਮ ਮਹਿੰਦਰਾ ਜੀ ਤੇ ਪਰਚਾ ਦਰਜ ਹੋਇਆ? ਜੀਰਕਪੁਰ 'ਚ ਤੁਸੀਂ ਦੇਖੋ ਵੀ ਸੜਕਾਂ ਬਣੀਆਂ ਨਹੀਂ, ਮਿਊਨਿਸਪਲ ਕੌਂਸਲ ਨੇ ਪੇਮੈਂਟ ਕਰਤੀਆਂ। ਇੱਥੇ ਨਾਭੇ 'ਚ ਗੁਰਦੁਆਰਾ ਸਾਹਿਬ ਦੇ ਸਾਹਮਣੇ 20 ਲੱਖ ਰੁਪਏ ਸਟਰੀਟ ਲਾਈਟਾਂ ਦਾ ਕਢਾ ਲਿਆ। ਸਟਰੀਟ ਲਾਈਟ ਇੱਕ ਵੀ ਨਹੀਂ ਲੱਗੀ। ਵਿਦ ਸਬੂਤ ਦਿਆ, ਐਮਪੀਆਂ ਰਿਪੋਰਟਾਂ ਮੈਂ ਸੈਕਟਰੀ ਨੂੰ ਵੀ ਦੇ ਲਿਆ, ਮੰਤਰੀ ਨੂੰ ਵੀ ਦੇ ਲਿਆ। ਪਰਚਾ ਦਰਜ ਹੋਇਆ। ਲਾਲੜੂ 'ਚ 90 ਏਕੜ 'ਚ ਕਿੱਕਰਾਂ ਸਰਿਆਮ ਵੇਚੀਆਂ ਜਾ ਰਹੀਆਂ ਤੀ। ਆਰੇ ਲਾ ਕੇ ਕਰੋੜਾਂ ਰੁਪਏ ਦੀ ਕਿੱਕਰ, ਜਿਹੜਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਅੰਡਰ ਵੀ ਕਨਾਹ ਆ ਤੇ ਪੰਜਾਬ ਫੋਰੈਸਟ ਨੂੰ ਕੋਈ ਵੱਢ ਨਹੀਂ ਸਕਦਾ। ਸਰਿਆਮ ਮੈਂ ਫੜੀਆਂ। ਉੱਥੇ ਪ੍ਰਧਾਨ ਤੇ 8 ਐਮਸੀਆਂ ਦੀ ਸਟੇਟਮੈਂਟ ਆ, ਈਓ ਨੇ ਵੇਚੀਆਂ। ਏਡੀਸੀ ਨੇ ਰਿਪੋਰਟ ਕਰਦੀ ਵੀ ਨਾ ਕੋਈ ਮਤਾ ਪਿਆ, ਨਾ ਕੋਈ ਅਸੈਸਮੈਂਟ ਹੋਈ, ਗੈਰ ਕਾਨੂੰਨੀ ਢੰਗ ਨਾਲ ਵੇਚੀਆਂ। ਪ੍ਰਧਾਨ ਤੇ ਈਓ ਜਿਹੜੇ ਸਿੱਧੇ ਗੁਨਾਹਗਾਰ ਆ। ਅੱਜ ਤੱਕ ਪਰਚਾ ਦਰਜ ਹੋਇਆ? ਮਤਲਬ ਇਹ ਲੁੱਟ ਕੇ ਖਾ ਰਹੇ ਆ ਪੰਜਾਬ 'ਚ। ਸਰਿਆਮ ਨਸ਼ਾ ਇਹਨਾਂ ਦੇ ਐਮਐਲਏ ਵਿਧਾਇਕ ਵਿੱਚ। ਮੈਂ ਔਨ ਰਿਕਾਰਡ ਇਹ ਚੀਜ਼ਾਂ ਵਿਧਾਨ ਸਭਾ 'ਚ ਲਾਈਆਂ, ਕੋਈ ਜ਼ਬਾਨੀ ਨਹੀਂ ਮੈਂ ਇੱਕ ਵੀ ਗੱਲ ਕਹੀ ਹੈਗੀ। ਇਹ ਸਬੂਤ ਆ। ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਡਿਫੇਮ ਕਰਨ ਵਾਸਤੇ, ਸਾਡੀ ਚੱਲ ਰਹੀ ਕੰਪੇਨ ਨੂੰ ਜਿੱਤਣ ਵਾਸਤੇ, ਰੋਕਣ ਵਾਸਤੇ, ਔਰ ਪੰਜਾਬ ਦੇ ਅੰਦਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਹੋ ਰਹੀ ਆ। ਤੁਸੀਂ ਦੇਖੋ ਵੀ ਅੱਜ ਸਾਡੇ ਸਭ ਤੋਂ ਵੱਡੇ ਲੀਡਰ ਬ੍ਰਹਮਪੁਰਾ ਸਾਹਿਬ ਥੋੜ੍ਹੇ ਬਹੁਤੇ ਡਿਫਰੈਂਸ ਹੋਣ ਕਰਕੇ ਅੱਜ ਵਾਪਸ ਆਏ। ਸੋ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਹੋਣ ਕਰਕੇ ਜਿਹੜਾ ਇਹ ਗੁੰਡਾਗਰਦੀ ਮੈਂ ਕਹਾਂਗਾ ਕਿ ਸਰਕਾਰ ਨੇ ਕਰੀ ਆ। ਇਸ ਤੋਂ ਪਹਿਲਾਂ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਨੂੰ ਇਹਨਾਂ ਨੇ ਬਰਗਾੜੀ ਕਾਂਡ 'ਚ ਜਿਹੜਾ ਵਰਤਿਆ ਤਾ, ਔਰ ਹਾਈ ਕੋਰਟ 'ਚੋਂ ਛਿੱਤਰ ਖਾ ਕੇ ਸਰਕਾਰ ਮੁੜੀ ਸੀਗੀ। ਔਰ ਅੱਜ ਫਿਰ ਮੈਂ ਭਵਿੱਖਬਾਣੀ ਕਰ ਰਿਹਾ, ਇਹੀ ਛਿੱਤਰ ਇਸ ਪਰਚਾ ਦਰਜ ਕਰਨ ਤੇ ਕੋਰਟ ਤੇ ਪੈਣੇ। ਆਖਿਰ ਕਾਨੂੰਨ ਦਾ ਕੋਈ ਰਾਜ ਆ, ਕੋਈ ਲਾ ਆ, ਕੋਈ ਸਕੀਮ ਆ। ਇੱਕ ਪਰਚਾ ਆ ਡੀਜੀਪੀ, ਮਤਲਬ ਮੈਂ ਤਾਂ ਹੈਰਾਨ ਆ ਵੀ ਅਫਸਰ ਆ ਜਿਹੜੇ ਇੱਕ ਚੌਕੀਦਾਰ ਜਾਂ ਨੌਕਰਾਂ ਦੀ ਤਰ੍ਹਾਂ ਇਹਨਾਂ ਲੀਡਰਾਂ ਦੇ ਬਿਹੇਵ ਕਰ ਰਹੇ ਆ। ਜਿੱਥੇ ਮਰਜ਼ੀ ਜਿੰਨਾ ਮਰਜ਼ੀ ਕਾਂਗਰਸ ਸਰਕਾਰ ਪੰਜਾਬੀਆਂ ਨੂੰ, ਲੋਕਾਂ ਨੂੰ ਲੁੱਟਣ, ਕੋਈ ਕਾਰਵਾਈ ਨਹੀਂ, ਕੋਈ ਵੀ ਇਨਸਾਫ ਦੀ ਜਿਹੜੀ ਕਿਸੇ ਨੂੰ ਵੀ ਆਸ ਨਹੀਂ ਹੈਗੀ। ਔਰ ਪਰਚੇ ਵੀ ਜਿਹਨੂੰ ਪੋਲੀਟੀਕਲ ਬੰਦੇ ਤੇ ਕਰਨਾ ਹੈਗਾ ਤੁਸੀਂ ਕਰਨਾ ਹੀ ਹੈ। ਮਤਲਬ ਤੁਸੀਂ ਦੇਖੋ ਵੀ ਇਹਨਾਂ ਦੀ ਜਿਹੜੀ ਸਟੇਟਮੈਂਟ ਆ ਪਿਛਲੀ ਵਿਧਾਨ ਸਭਾ 'ਚ ਵੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਵੀ ਅੱਜ ਨਸ਼ਿਆਂ ਦੀ 4.5 ਸਾਲ 'ਚ ਇੱਕ ਸਬੂਤ ਨਹੀਂ ਮਿਲਿਆ। ਉਸ ਤੋਂ ਬਾਅਦ ਬਰਗਾੜੀ ਵਾਲੇ ਹੀ ਹੋਈ, ਅਸੀਂ ਅਰਦਾਸ ਕਰੀ ਅਕਾਲ ਤਖਤ ਸਾਹਿਬ ਜਾ ਕੇ ਵੀ ਜਿਹਨੇ ਬੇਅਦਬੀ ਕਰਵਾਈ, ਜਿਹਨੇ ਕਰੀ, ਜਿਹੜਾ ਰਾਜਨੀਤੀ ਕਰੂਗਾ ਉਹਦਾ ਕੱਖ ਨਾ ਰਹੇ। ਅੱਜ ਤੁਸੀਂ ਦੇਖ ਲਿਓ ਵੀ ਰਿਜ਼ਲਟ ਪਤਾ ਲੱਗ ਗਿਆ ਕਿਹਨੇ ਬੇਅਦਬੀ ਕਰਵਾਈ। ਅੱਜ ਕਿੱਥੇ ਆ ਭਗਵੰਤ ਮਾਨ, ਕਿੱਥੇ ਆ ਜਾਖੜ, ਕਿੱਥੇ ਆ ਕੈਪਟਨ ਅਮਰਿੰਦਰ ਸਿੰਘ? ਔਰ ਕਾਂਗਰਸ ਦਾ ਤੁਸੀਂ ਦੇਖਿਓ ਵੀ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰਨੀ ਆ। ਇਹਨਾਂ ਨੇ ਬਾਲ ਪਟਾਈ ਹੋਣਾ ਜਿੰਨਾ ਸਾਰਾ ਇਹ ਚੋਰ ਮਹਿਕਮਾ ਇਕੱਠਾ ਹੋਇਆ ਨਵਜੋਤ ਸਿੱਧੂ ਸਮੇਤ ਸਾਰੇ। ਸੋ ਅੱਜ ਜਿਹੜਾ ਮੇਨ ਮਕਸਦ ਆ ਜੀ ਪ੍ਰੈਸ ਕਾਨਫਰੰਸ ਕਰਨ ਦਾ ਕੀ ਹੈ? ਮਕਸਦ ਇਹੀ ਆ ਵੀ ਘੱਟ ਤੋਂ ਘੱਟ ਲੋਕਾਂ ਨੂੰ ਅਸਲੀਅਤ ਪਤਾ ਚੱਲੇ ਵੀ ਕਿਸ ਤਰ੍ਹਾਂ ਪੰਜਾਬੀਆਂ ਨੂੰ ਲੁੱਟਣੇ ਆ। ਔਰ ਕਾਂਗਰਸ ਨੇ ਸਦਾ ਹੀ ਪੰਜਾਬ 'ਚ ਵਪਾਰੀਆਂ ਦੇ ਅੰਦਰ, ਸ਼ਹਿਰੀਆਂ 'ਚ ਇਨਸਿਕਿਉਰਿਟੀ ਕਰਕੇ ਪੈਦਾ ਕਰਕੇ ਜਿਹੜਾ ਸਰਕਾਰਾਂ ਬਣਾਈਆਂ, ਪਾੜ ਕੇ ਬਣਾਈਆਂ। ਅੱਜ ਦੇ ਜਿਹੜੇ ਬੰਬ ਬਲਾਸਟ ਆ ਜਾਂ ਜਿਹੜੇ ਕਾਂਡ ਹੋਈਆਂ, ਇਹਦੇ ਪਿੱਛੇ ਜਿਹੜੇ ਸਰਕਾਰੀ ਤੰਤਰ ਬੰਤਰ ਆ ਇਹਨਾਂ ਨੇ ਸਾਰੇ ਕਰਵਾ ਰਹੇ ਆ। ਪੰਜਾਬੀਆਂ 'ਚ ਇਨਸਿਕਿਉਰਿਟੀ ਕ੍ਰੀਏਟ ਕਰ ਰਹੇ ਕਾਂਡ ਹੁੰਦੇ ਨੇ ਜੀ, ਉਹਦੇ ਪਿੱਛੇ ਸਰਕਾਰੀ ਤੰਤਰ ਹੁੰਦਾ ਜੀ। ਦੇਖੋ ਤੁਹਾਡੀ ਸਰਕਾਰ ਦੇਖੋ ਜਿਹੜੀ ਨੇਚਰ ਆ ਕਾਂਗਰਸ ਨੇ ਸਦਾ ਹੀ ਇਸ ਤਰ੍ਹਾਂ ਦੇ ਕਾਂਡ ਹੀ ਕਰਵਾਏ। ਮੈਂ ਤੁਹਾਨੂੰ ਸ਼ੁਰੂ ਤੋਂ ਦੱਸਾਂ 84 'ਚ ਕਤਲੇਆਮ ਹੋਇਆ, ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ। ਇਹਨਾਂ ਨੇ ਪੰਜਾਬ 'ਚ ਹਿੰਦੂ ਸਿੱਖ ਭਾਈਚਾਰਕ ਸਾਂਝ ਖਤਮ ਕਰੀ ਔਰ 15 ਸਾਲ ਪੰਜਾਬ ਨੇ ਸੰਤਾਪ ਭੋਗਿਆ। ਸੋ ਜਿਹੜੇ ਚਾਹੇ ਮਾਊਂਟ ਬੰਬ ਬਲਾਸਟ ਸੀਗਾ ਉਹਦਾ ਫਾਇਦਾ ਕਿਹਨੂੰ ਹੋਇਆ? ਬਰਗਾੜੀ ਕਾਂਡ ਦਾ ਫਾਇਦਾ ਕਿਹਨੂੰ ਹੋਇਆ ਸੀਗਾ? ਸੋ ਉਹਨਾਂ ਜ਼ਖਮਾਂ ਨੂੰ ਇਹ ਦੁਬਾਰਾ ਹਰੇ ਕਰਕੇ ਆਪਣੀ ਸਰਕਾਰ ਬਣਾਉਣਾ ਚਾਹ ਰਹੇ ਆ। ਪਰ ਪੰਜਾਬ ਦੇ ਲੋਕ ਬੜੇ ਸਿਆਣੇ ਆ, ਤੁਸੀਂ ਦੇਖਿਓ ਵੀ ਕਿਸ ਤਰ੍ਹਾਂ ਜਵਾਬ ਦੇਣਗੇ। ਜ਼ਮਾਨਤਾਂ
ਜ਼ਬਤ ਹੋਣਗੀਆਂ ਕੰਮ। ਵਿਕਰਮ ਸਿੰਘ ਮਜੀਠੀਆ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦੇ ਹੱਕ ਦੇ ਵਿੱਚ ਸਾਰੀ ਗੱਲ ਕਰ ਰਹੇ ਹੋ। ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਕਿ FIR ਦਰਜ ਹੋਈ ਆ, ਹੁਣ ਉਹਨਾਂ ਨੇ ਜ਼ਮਾਨਤ ਵੀ ਲਈ ਆ, ਜ਼ਮਾਨਤ ਵੀ ਤਾਂ ਹੀ ਲਈ ਹੈਗੀ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਪੇਸ਼ ਹੋ ਜਾਣਾ ਚਾਹੀਦਾ ਕਿ ਨਹੀਂ ਕੋਰਟ ਸਾਹਮਣੇ, ਕਿਉਂਕਿ ਜੇ ਤੁਹਾਨੂੰ ਜੁਡੀਸ਼ਰੀ ਤੇ ਯਕੀਨ ਹੈਗਾ ਜੀ? ਦੇਖੋ ਤੁਸੀਂ ਸਮਾਂ ਦੇਖੋ ਨਾ ਕਿਹੜਾ ਚੁਣਿਆ ਹੈਗਾ। ਸਰਕਾਰ ਨੂੰ ਪਤਾ ਵੀ ਹਾਈ ਕੋਰਟ ਦੀਆਂ ਛੁੱਟੀਆਂ ਹੈਗੀਆਂ, ਸਮਝ ਗਏ ਵੀ ਵਿਕਰਮ ਜੀ ਨਿਰਦੋਸ਼ ਆ, ਵੀ ਇਸ ਕਰਕੇ ਆ ਕੇ ਉਹਨਾਂ ਨੇ ਪੇਸ਼ ਹੋ ਜਾਣਾ ਤੇ 15 ਦਿਨ ਅਦਾਲਤਾਂ ਨਹੀਂ ਲੱਗਣੀਆਂ, 15 ਦਿਨ ਬਾਅਦ ਜਿਹੜੀ ਬੇਲ ਹੋ ਜੂਗੀ ਤੇ 15 ਦਿਨ ਉਹ ਕੰਪੇਨ ਪੰਜਾਬ ਦੇ ਅੰਦਰ ਰੋਕਣਾ ਚਾਹੁੰਦੇ ਆ। ਮਤਲਬ ਇਹੀ ਉਹਨਾਂ ਦੀ ਇੰਟੈਂਸ਼ਨ ਹੈਗੀ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਨੂੰ ਕਿਤੇ ਨਾ ਕਿਸੇ ਢੰਗ ਨਾਲ ਰੋਕਣਾ ਚਾਹੁੰਦੇ ਆ, ਕਿਉਂਕਿ ਸਾਡੀ ਪਾਰਟੀ ਦੇ ਸਭ ਤੋਂ ਸੀਨੀਅਰ ਲੀਡਰਾਂ ਔਰ ਸਭ ਤੋਂ ਜ਼ਿਆਦਾ ਯੂਥ ਨੂੰ ਵੀ ਮੋਬਿਲਾਈਜ਼ ਕਰਦੇ ਆ ਔਰ ਸਰਕਾਰ ਦੇ ਜਿੰਨੇ ਘਪਲੇ ਆ ਉਹ ਵੀ ਉਹ ਬੇਨਕਾਬ ਕਰ ਰਹੇ ਆ। ਅਸੀਂ ਤਾਂ ਦੇਖੋ ਤੁਸੀਂ ਪਹਿਲਾਂ ਹੀ ਕਰਤਾ ਸੀਗਾ ਵੀ ਚੱਟੋਪਾਧਿਆਏ ਕਮਿਟ ਕਰਕੇ ਲਗਿਆ, ਅੱਧੀ ਰਾਤ ਨੂੰ ਲਾਇਆ ਗਿਆ ਉਹਨਾਂ ਨੂੰ। ਅਸੀਂ ਪਹਿਲਾਂ ਐਕਸਪੋਜ਼ ਕਰ ਦਿੱਤਾ ਵੀ ਗੌਤਮ ਚੀਮਾ ਨੂੰ ਮਨੀ ਵੀ ਆਫਰ ਹੋਈ ਆ ਔਰ ਪ੍ਰਮੋਸ਼ਨ ਵੀ ਆਫਰ ਹੋਈ ਆ ਤੇ ਉਹੀ ਹੋਇਆ ਗੌਤਮ ਚੀਮਾ ਦਾ। ਇਹ ਸਾਰੇ ਇੰਸੀਡੈਂਟ ਹੋਣ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਟੋਟਲ ਪਰਚਿਆਂ ਤੋਂ ਡਰਨ ਵਾਲੀ ਪਾਰਟੀ ਨਹੀਂ। ਸੋ ਇਹ ਤਾਂ ਇੱਕ ਵਿਕਰਮ ਜੀ ਤੇ ਪਰਚਾ ਦਰਜ ਕਰਕੇ ਦੂਜੇ ਲੀਡਰਾਂ 'ਚ ਭੈ ਪੈਦਾ ਕਰਨਾ। ਸੋ ਸਾਨੂੰ ਬਹੁਤ ਵੱਡਾ ਫਾਇਦਾ ਹੋਏਗਾ ਉਹਨਾਂ ਦੇ ਆਉਣ ਨਾਲ।